हौसले जिनके चट्टान हुआ करते हैं, रास्ते उनके आसान हुआ करते हैं। ए मनुख, परेशानियों से मत डर, ये तो दो पल के मेहमान हुआ करते हैं, ये तो दो पल के मेहमान हुआ करते हैं। ਵੇੜਾ ਖੁਸ਼ੀਆਂ ਦਾ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਰਣਜੀਤ ਕੌਰ ਵੀਰ ਦੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਹੁਣ ਆਪਾਂ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਗੀਤ ਦੇ ਨਾਲ। 40 ਕਾਮਯਾਬੀ ਤੁਹਾਡੇ ਕਦਮ ਚੁੰਮੇਗੀ। For more info, please visit EnglishIsVeryEasy.com। ਸਤਿ ਸ਼੍ਰੀ ਅਕਾਲ ਜੀ, ਮੈਂ GTP ਮਾਰਵਲਸ ਕਾਲਜ ਤੋਂ ਆਈਲੈਟਸ ਦੀ ਪ੍ਰੈਪਰੇਸ਼ਨ ਕੀਤੀ ਸੀ ਤੇ ਮੈਂ ਅਪਰੋਕਸੀਮੇਟਲੀ 14 ਡੇਜ਼ ਦਾ ਸਾਰਾ ਮੇਰਾ ਕੋਰਸ ਸੀ ਤੇ ਟੀਚਰ ਆ ਵੈਰੀ ਗੁੱਡ ਐਂਡ এনवायरमेंट ਇੱਥੇ ਦਾ ਬਹੁਤ ਵਧੀਆ ਆ ਤੇ ਮੈਂ ਓਵਰਆਲ 6.5 ਬੈਂਡ ਸਕੋਰ ਕੀਤੇ ਆ ਐਂਡ ਥੈਂਕਸ ਟੂ ਬੇਦੀ ਸਰ ਐਂਡ ਦੇ ਆਰ ਆਲ ਸਟਾਫ ਟੂ ਹੈਲਪ ਮੀ ਗੈਟਿੰਗ ਥੀਸ ਬੈਂਡਸ। For more info, please visit EnglishIsVeryEasy.com। ਵਿਚਾਰਨ ਦੀ ਗੱਲ ਦੋਸਤੋ, ਬਹੁਤ ਬਹੁਤ ਮੁਬਾਰਕਾਂ ਕੈਨੇਡਾ ਦੀ ਵਿਮਨਸ ਟੀਮ ਨੂੰ, ਜਿਨ੍ਹਾਂ ਨੇ ਕੈਨੇਡਾ ਨੂੰ 골ਡ ਮੈਡਲ ਜਿਤਾ ਕੇ ਟੋਕੀਓ ਓਲੰਪਿਕਸ 2020 ਦੇ ਵਿੱਚ, ਕਹਿੰਦੇ ਚਾਹੇ 2021 ਆਇਆ ਹੋਇਆ ਹੈ ਲੇਕਿਨ ਇਸ ਨੂੰ 2020 ਹੀ ਕਿਹਾ ਜਾਏਗਾ। ਯਾਦ ਰੱਖਿਓ ਕਿ ਇਸ ਦੇ ਵਿੱਚ 골ਡ ਮੈਡਲ ਲਿਆ ਕੇ ਬੜਾ ਔਨਰ ਦਿੱਤਾ ਹੈ। ਸੈਲਿਊਟ ਹੈ ਵਿਮਨ ਨੂੰ, ਉਹਨਾਂ ਲੜਕੀਆਂ ਨੂੰ ਜਿਨ੍ਹਾਂ ਨੇ ਇਹ ਖਿਤਾਬ ਸਾਨੂੰ ਲਿਆ ਕੇ ਕੈਨੇਡਾ ਦਾ ਨਾਮ ਉੱਚਾ ਕੀਤਾ ਹੈ। ਉੱਧਰ ਭਾਰਤ ਵਿੱਚ ਵੀ ਦੇਖੋ, ਨੀਰਜ ਚੋਪੜਾ ਨੇ ਬਹੁਤ ਹੀ ਵੱਡਾ ਕੰਮ ਕੀਤਾ ਹੈ ਕਿ ਇੰਡੀਆ ਨੂੰ ਪਹਿਲਾ 골ਡ ਮੈਡਲ ਜਿਤਵਾਇਆ ਹੈ ਔਰ ਬੜਾ ਹੀ ਸ਼ਾਨਦਾਰ ਉਸਨੇ ਪ੍ਰਦਰਸ਼ਨ ਕੀਤਾ ਹੈ। ਲੇਕਿਨ ਦੋਸਤੋ, ਉੱਥੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਆਪ ਤਾਂ ਸਪੋਰਟ ਕਰਦੇ ਨਹੀਂ ਪੂਰੀ ਤਰ੍ਹਾਂ। ਮੋਦੀ ਗਵਰਨਮੈਂਟ ਨੇ ਪਿਛਲੇ ਸਾਲ ਜੋ ਸਪੋਰਟਸ ਦਾ ਬਜਟ ਸੀ 300 ਕਰੋੜ ਦਾ, ਇਹ ਕੱਟ ਕਰ ਦਿੱਤਾ ਸੀ ਤੇ ਖਿਡਾਰੀ ਵਿਚਾਰੇ ਕੀ ਖਾਣਗੇ ਤੇ ਕਿੱਥੋਂ ਉਹਨਾਂ ਨੂੰ ਡਾਈਟ ਮਿਲੇਗੀ ਤੇ ਗਾਂ ਤੋਂ ਗਾਂ ਪੈਸੇ ਜਾਂਦੇ ਸਾਰੇ ਉਹ ਕਿਤੇ ਨਾ ਕਿਤੇ ਲੁਕ ਜਾਂਦੇ ਆ, ਛੁਪ ਜਾਂਦੇ ਆ, ਕਿਸੇ ਹੋਰ ਦੀ ਪਾਕਟ ਚਲੇ ਜਾਂਦੇ ਆ ਤੇ ਖਿਡਾਰੀਆਂ ਨੂੰ ਉਨੀ ਪ੍ਰੋਪਰ ਸਪੋਰਟ ਨਹੀਂ ਮਿਲਦੀ। ਲੇਕਿਨ ਉਸ ਦੇ ਬਾਵਜੂਦ ਵੀ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਬਹੁਤ ਵੱਡਾ ਕੰਮ ਕੀਤਾ, ਜੋ ਹਾਕੀ ਦੇ ਵਿੱਚ ਚੌਥੇ ਨੰਬਰ 'ਤੇ ਆਈਆਂ ਨੇ ਓਲੰਪਿਕਸ ਦੇ ਵਿੱਚ। ਔਰ ਉਹਨਾਂ ਵਿੱਚੋਂ ਉਹਨਾਂ ਲੜਕੀਆਂ ਵਿੱਚ ਐਸੀਆਂ ਵੀ ਸਨ ਕਿ ਜਿਹੜੀਆਂ ਬੜੀਆਂ ਹੀ ਗਰੀਬ ਕਰਦੀਆਂ, ਪਰ ਆਪਣੇ ਜਜ਼ਬੇ ਨਾਲ ਉਹਨਾਂ ਨੇ ਕੁਝ ਵੱਖਰਾ ਕਰਕੇ ਦਿਖਾਇਆ ਹੈ। ਦੋਸਤੋ, ਆਪਾਂ ਸਾਰੇ ਹੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੜ੍ਹੇ ਲਿਖੇ ਹੋਣ। ਕਿਉਂ ਚਾਹੁੰਦੇ ਹਾਂ ਕਿ ਬੱਚੇ ਪੜ੍ਹ ਲਿਖ ਕੇ ਕੋਈ ਵਧੀਆ ਜੌਬ ਕਰਨ, ਉਹਨਾਂ ਦੀ ਅਕਲ ਉੱਚੀ ਹੋਵੇ। ਫਿਰ ਆਪਾਂ ਲੀਡਰ ਅਨਪੜ੍ਹ ਕਿਉਂ ਚੁਣਦੇ ਹਾਂ? ਸਾਨੂੰ ਇਹ ਗੱਲ ਦੀ ਸਮਝ ਨਹੀਂ ਹੈ। ਦੇਸ਼ ਨੂੰ ਚਲਾਉਣ ਵਾਸਤੇ ਸਾਡੇ ਬੱਚੇ ਜੋ ਪੜ੍ਹ ਲਿਖਦੇ ਜਾਂਦੇ ਨੇ ਉਹਨਾਂ ਨੂੰ ਅੱਗੇ ਬਾਗਡੋਰ ਥੰਮਣੀ ਚਾਹੀਦੀ ਹੈ। ਆਓ ਆਪਾਂ ਸਾਰੇ ਮਿਲ ਕੇ ਪੜ੍ਹੇ ਲਿਖੇ ਤੇ ਅੱਛੇ ਲੀਡਰਸ ਅੱਗੇ ਲੈ ਕੇ ਆਈਏ, ਕਿਉਂਕਿ ਰੀਅਲ ਐਜੂਕੇਟਡ ਬੰਦੇ ਨੂੰ ਆਪਣੇ ਲਾਲਚ ਦੀ ਹੱਦ ਦਾ ਪਤਾ ਹੁੰਦਾ ਹੈ। ਉਹ ਕਦੀ ਉਸ ਨੂੰ ਕ੍ਰੋਸ ਨਹੀਂ ਕਰੇਗਾ। ਜਿੱਦਾਂ ਦੀ ਅੱਜ ਕੱਲ੍ਹ ਜਾਂ ਸਾਡੇ ਲੀਡਰ ਆਪਣੇ ਹਿੰਦੁਸਤਾਨ ਦੇ ਨਾਲ ਹੁਣ ਤੱਕ ਲੁੱਟ ਖੋਹ ਕਰਦੇ ਆਏ ਨੇ ਤੇ ਆਪਣੀ ਦੂਰ ਦੀ ਬਸ ਗੱਦੀ ਬਚਾਉਣ ਲਈ ਤੇ ਅਯਾਸ਼ੀ ਵਾਸਤੇ ਸਾਰਾ ਪੈਸਾ ਲੁੱਟ ਕੇ ਜਨਤਾ ਨੂੰ ਵੱਧ ਤੋਂ ਵੱਧ ਤੰਗ ਕਰਕੇ ਉਹ ਅੱਜ ਤੱਕ ਰੱਖਦੇ ਆਏ ਨੇ। ਪੇਸ਼ੇ ਅੱਜ ਦਾ ਇੱਕ ਜੋਕ ਦੋਸਤੋ, ਇਹ ਸੱਚੀ ਕਹਾਣੀ ਹੈ ਔਰ ਕਿਵੇਂ ਜੋਕ ਬਣ ਗਈ। ਕਪੂਰਥਲਾ ਸ਼ਹਿਰ ਦੇ ਵਿੱਚ ਸਾਡਾ ਜਦੋਂ ਕਾਲਜ ਚੱਲਦਾ ਸੀ, ਸਾਡੇ ਕੋਲ ਇੱਕ ਸਟੂਡੈਂਟ ਪੜ੍ਹਨ ਆਈ। ਅਸੀਂ ਸਾਰੇ ਸਟੂਡੈਂਟਸ ਹੀ ਸਟੇਜ 'ਤੇ ਬੁਲਾ ਕੇ ਇੰਟਰੋਡਕਸ਼ਨ ਕਰਵਾਉਂਦੇ ਸੀ ਤਾਂ ਕਿ ਬੋਲਣ ਦਾ ਕੌਨਫੀਡੈਂਸ ਵਧੇ। ਤੇ ਲੜਕੀ ਖੜੀ ਹੈ, ਮੈਂ ਸਟੇਜ 'ਤੇ ਨਾਲ ਖੜਾ ਹਾਂ ਤੇ ਮੈਂ ਪੁੱਛਿਆ ਕੁਐਸਚਨ ਕਿ ਵਾਟ ਇਜ਼ ਯੋਰ ਹੌਬੀ। ਸਾਰੇ ਸਟੂਡੈਂਟ ਮਗਰ ਮੇਰੇ ਪੁੱਛਿਆ ਵਾਟ ਇਜ਼ ਯੋਰ ਹੌਬੀ। ਤੋ ਲੜਕੀ ਕਹਿੰਦੀ ਆਈ ਲਵ ਟੂ ਲਿਸਨ ਸੈਡ ਸੌਂਗਸ। ਗੁੱਡ। ਇੰਟਰਵਿਊ ਅੱਗੇ ਚੱਲਦੀ ਗਈ। ਮੈਂ ਕੁਐਸਚਨ ਪੁੱਛਿਆ ਵੈਨ ਡੂ ਯੂ ਫੀਲ ਹੈਪੀ। ਸਾਰਿਆਂ ਨੇ ਰਿਪੀਟ ਕੀਤਾ ਵੈਨ ਡੂ ਯੂ ਫੀਲ ਵੈਰੀ ਹੈਪੀ। ਤੋ ਕਹਿੰਦੀ ਵੈਨ ਆਈ ਗੈਟ ਸਮ ਨਿਊ ਸੂਟਸ ਔਰ ਐਨੀ ਗਿਫਟ ਆਈ ਫੀਲ ਵੈਰੀ ਹੈਪੀ। ਮੇਰਾ ਅਗਲਾ ਕੁਐਸਚਨ ਸੀ ਕਿ what do you do when you feel very happy? ਤੇ ਕੁੜੀ ਦਾ ਜਵਾਬ ਸੀ I listen sad songs. Marvelous English speaking course, the best course for ESL, you betcha. East or West, Professor Verdi is the best. मैं GDP कॉलेज ਤੋਂ 1 ਮੰਥ ਟ੍ਰੇਨਿੰਗ ਲੈ ਕੇ ਆਈ ਸਕੋਰ 7 ਬੈਂਡਸ ਇਨ ਆਈਲੈਟਸ
and I am very happy, and the teacher was very brilliant, and ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਜਿਵੇਂ ਵੀ ਇਹਨਾਂ ਨੇ ਟੀਚਿੰਗ ਕਰਾਈ ਐਂਡ ਜੋ ਵੀ ਟੌਪਿਕਸ ਵਗੈਰਾ ਦਿੱਤੇ ਉਹਨਾਂ ਵਿੱਚੋਂ ਹੀ ਮੈਨੂੰ ਤਾਂ ਟੌਪਿਕ ਵੀ ਆ ਗਿਆ ਐਂਡ ਮੈਂ ਬਹੁਤ ਖੁਸ਼ ਹਾਂ ਕਿ ਮੇਰੇ 7 ਬੈਂਡ ਆਏ। For more info, please visit englishisveryeasy.com. ਸਾਡਾ ਕੈਨੇਡਾ। ਦੋਸਤੋ, ਕੀ ਤੁਹਾਨੂੰ ਪਤਾ ਹੈ ਕਿ ਜਦੋਂ ਕੈਨੇਡਾ ਕਨਫੈਡਰੇਸ਼ਨ ਬਣਿਆ ਸੀ 1 ਜੁਲਾਈ 1867 ਨੂੰ, ਤੇ ਉਸ ਵਕਤ ਕੈਨੇਡਾ ਦਾ ਜੋ ਝੰਡਾ ਅੱਜ ਦਾ ਆਪਾਂ ਦੇਖਦੇ ਹਾਂ ਮੇਪਲ ਲੀਫ ਫਲੈਗ, ਇਹ ਨਹੀਂ ਸੀ, ਇਹ ਕੋਈ ਹੋਰ ਸੀ। ਤੁਹਾਨੂੰ ਕਈ ਜਣਿਆਂ ਨੂੰ ਇਹ ਸੋਚ ਕੇ, ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ। ਉਸ ਵਕਤ ਦਾ ਜੋ ਫਲੈਗ ਸੀ ਕੈਨੇਡਾ ਦਾ ਨੈਸ਼ਨਲ ਫਲੈਗ, ਉਸ ਦਾ ਨਾਮ ਸੀ ਰੈੱਡ ਐਨਸਾਈਨ, ਜਿਸ ਦੀ ਤੁਸੀਂ ਪਿਕਚਰ ਨਾਲ ਇੱਥੇ ਸਕਰੀਨ ਤੇ ਵੇਖ ਰਹੇ ਹੋ। ਇਹਨੂੰ ਕਿਉਂ ਬਦਲਣ ਦੀ ਲੋੜ ਪਈ? ਕਿਉਂਕਿ 1960s ਦੇ ਵਿੱਚ ਆਫਟਰ ਵਰਲਡ ਵਾਰ 2 ਕਿਊਬਿਕ ਦੇ ਵਿੱਚ ਕੁਆਇਟ ਰਿਵੋਲੂਸ਼ਨ ਆ ਗਿਆ ਸੀ, ਔਰ ਉਸ ਦੇ ਵਿੱਚ ਕਿਊਬਿਕ ਅਲੱਗ ਆਪਣੀ ਸਟੇਟ, ਆਪਣੇ ਆਪ ਨੂੰ ਅਲੱਗ ਕਰਨਾ ਚਾਹੁੰਦਾ ਸੀ ਕੈਨੇਡਾ ਨਾਲੋਂ, ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਅਸੀਂ ਕੈਨੇਡਾ ਦਾ ਜੋ ਫਲੈਗ ਹੈ, ਇਸ ਦੇ ਵਿੱਚੋਂ ਇੰਗਲੈਂਡ ਦਾ ਜੋ ਯੂਨੀਅਨ ਜੈਕ ਫਲੈਗ ਹੈ ਉਹ ਕੱਢ ਦਿੰਦੇ ਹਾਂ। ਇੰਗਲੈਂਡ ਦੀ ਜੇ ਤੁਹਾਨੂੰ ਉਹਨਾਂ ਨਾਲ ਕੋਈ ਸ਼ਿਕਾਇਤ ਹੈ, ਇੰਗਲੈਂਡ ਦੀ ਜੋ ਇੱਕ ਟਰੋਫੀ ਬਣੀ ਹੋਈ ਹੈ ਤੁਸੀਂ ਦੇਖ ਰਹੇ ਹੋ, ਇਹ ਅਸੀਂ ਵਿੱਚੋਂ ਕੱਢ ਦਿੰਦੇ ਹਾਂ, ਤੁਸੀਂ ਅਲੱਗ ਨਾ ਹੋਵੋ। ਤੇ ਉਸ ਵਕਤ ਮੇਪਲ ਲੀਫ ਫਲੈਗ ਜੋ ਹੈ ਇਹ ਅਡੋਪਟ ਕੀਤਾ ਗਿਆ ਸੀ। ਤੋ 15 ਫੈਬਰਵਰੀ 15 1965 ਨੂੰ ਜੋ ਅੱਜ ਦਾ ਅਸੀਂ ਮੇਪਲ ਲੀਫ ਫਲੈਗ ਕੈਨੇਡਾ ਦਾ ਵੇਖਦੇ ਹਾਂ, ਇਸ ਨੂੰ ਅਡੋਪਟ ਕੀਤਾ ਗਿਆ ਸੀ 1965 ਦੇ ਵਿੱਚ। ਹਾਂਜੀ, ਮੇਰਾ ਨਾਮ ਜਗਪ੍ਰੀਤ ਸਿੰਘ, ਮੈਂ ਟੋਰਾਂਟੋ ਰਹਿਣਾ ਜੀ, ਤੇ ਮੇਰਾ ਸਿਟੀਜ਼ਨਸ਼ਿਪ ਦਾ ਟੈਸਟ ਸੀਗਾ। ਸੋ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਉਹਨਾਂ ਨੇ ਮੈਨੂੰ ਫੋਨ ਦੇ ਉੱਪਰ ਹੀ ਥੋੜੇ ਸਮੇਂ ਦੇ ਵਿੱਚ ਵਿਦਿਨ ਅ ਵੀਕ ਇੰਨੀ ਕੁ ਵਧੀਆ ਪ੍ਰਪੇਅਰ ਕਰਾਇਆ ਕਿ ਫਸਟ ਅਟੈਂਪਟ ਦੇ ਵਿੱਚ ਮੇਰਾ ਸਿਟੀਜ਼ਨਸ਼ਿਪ ਦਾ ਟੈਸਟ ਕਲੀਅਰ ਹੋ ਗਿਆ। ਸੋ ਹਾਈਲੀ ਰეკਮੈਂਡਡ GTP ਮਾਰਵਲਸ ਕਾਲਜ, ਮਿਸਟਰ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ। ਥੈਂਕ ਯੂ ਵੈਰੀ ਮਚ। For more info, please visit englishisveryeasy.com. ਪੇਸ਼ ਹੈ ਦਾ ਇੱਕ ਹੋਰ ਜੋਕ। ਦੋਸਤੋ, ਕਿਤੇ ਕੋਈ ਬੰਦਾ ਆਪਣਾ ਕੱਟਾ ਲਈ ਜਾਂਦਾ ਸੀ, ਤੇ ਉਹ ਕੱਟਾ ਕਿਤੇ ਮੂੰਹ ਮਾਰਨ ਲੱਗ ਪਿਆ ਸਬਜ਼ੀ ਨੂੰ ਗਲੀ ਦੇ ਵਿੱਚ, ਤੇ ਉਹ ਦੁਕਾਨਦਾਰ ਕਹਿੰਦਾ, ਉਹ ਭਾਈ ਸਾਹਿਬ, ਆ ਤੁਹਾਡਾ ਕੱਟਾ? ਕਹਿੰਦਾ, ਨਹੀਂ ਜਨਾਬ, ਮੱਝ ਦਾ ਹੈ। ਨਾਮ ਜੀ ਬਿਰਦੀ ਖੈਰ ਮੰਗੇ, ਬਿਰਦੀ ਖੈਰ ਮੰਗੇ, ਬਿਰਦੀ ਖੈਰ ਮੰਗੇ, ਦਿਨ ਰਾਤ ਤੇਰੀ ਪਿੰਡ ਤੇਰਾ ਤੈਨੂੰ ਯਾਦ ਕਰਦਾ, ਤੇਰਾ ਤੈਨੂੰ ਯਾਦ ਕਰਦਾ। ਇੰਗਲਿਸ਼ ਇਜ਼ ਵੈਰੀ ਈਜ਼ੀ। ਦੋਸਤੋ, ਅੱਜ ਇਸ ਵਿੱਚ ਅਸੀਂ ਆਪਣੀ ਮਾਰਵਲਸ ਇੰਗਲਿਸ਼ ਸਪੀਕਿੰਗ ਕਿਤਾਬ ਦੇ ਵਿੱਚੋਂ ਹੀ ਜੋ ਚੈਪਟਰ 51 ਹੈ ਸਪੈਸ਼ਲ ਸੈਂਟੈਂਸਸ ਦਾ, ਉਸ ਦਾ ਇੱਕ ਸੈਂਟੈਂਸ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਜੋ ਸਕਰੀਨ ਤੇ ਵੀ ਆ ਰਿਹਾ ਹੈ। ਟਰੱਕ ਠਾ ਕਰਦਾ ਦਰਖਤ ਵਿੱਚ ਜਾ ਕੇ ਵੱਜਾ। ਦੀ ਟਰੱਕ ਰੈਮਡ ਇਨਟੂ ਅ ਟਰੀ। ਦੀ ਟਰੱਕ ਰੈਮਡ ਇਨਟੂ ਅ ਟਰੀ। ਰੈਮਡ ਦਾ ਮਤਲਬ ਇਹ ਕਿਸ ਵਰਡ ਤੋਂ ਬਣਿਆ ਹੈ? RAM, ਰੈਮ, ਜਾਂ ਇਸ ਨੂੰ ਆਪਾਂ ਰਾਮ ਵੀ ਬੋਲਦੇ ਹਾਂ। ਆਪਾਂ ਇੱਥੇ ਦੇਖਦੇ ਹਾਂ ਇੱਕ ਪਿੱਕਾ ਹੈ, ਰੈਮ ਦਾ ਚੱਲਦਾ ਹੈ। ਇਹ ਰੈਮ ਦਾ ਮਤਲਬ ਕੀ ਹੈ? ਰੈਮ ਦੀ ਜੋ ਕੰਪਨੀ ਹੈ, ਉਸ 'ਤੇ ਤੁਸੀਂ ਕਦੀ ਨੋਟ ਕੀਤਾ ਕਿ ਭੇਡੂ ਦਾ ਸਿਰ ਬਣਿਆ ਹੋਇਆ ਹੈ ਅਤੇ ਸਿੰਗ ਬਣੇ ਹੋਏ ਨੇ? ਆਪਾਂ ਭੇਡ ਨੂੰ ਕੀ ਕਹਿੰਦੇ ਹਾਂ? ਆਮ ਸ਼ੀਪ ਕਹਿ ਦਿੰਦੇ ਹਾਂ। ਸ਼ੀਪ ਭੇਡ ਨਹੀਂ ਹੈ, ਸ਼ੀਪ ਇੱਕ ਫੈਮਿਲੀ ਹੈ। ਉਸ ਦੇ ਵਿੱਚੋਂ ਜੋ ਇਹ ਆਮ ਭੇਡਾਂ ਅਸੀਂ ਦੇਖਦੇ ਹਾਂ, ਉਸ ਦੀ ਫੀਮੇਲ ਭੇਡ ਨੂੰ ਕਿਹਾ ਜਾਂਦਾ ਹੈ EWE। ਤੇ ਜੋ ਮੇਲ ਹੈ, ਜਿਸ ਦੇ ਸਿੰਗ ਇਸ ਤਰ੍ਹਾਂ ਗੋਲ ਹੁੰਦੇ ਨੇ ਅੱਗਿਓਂ, ਉਸ ਨੂੰ ਭੇਡੂ ਨੂੰ ਕਿਹਾ ਜਾਂਦਾ ਹੈ ਰੈਮ। ਤੇ ਇਸ ਦਾ ਮਤਲਬ ਇੱਥੇ ਟ੍ਰਾਂਸਲੇਸ਼ਨ 'ਚ ਇਹ ਹੈ ਕਿ ਟਰੱਕ ਨੇ ਠਾਹ ਕਰਦਾ ਦਰਖਤ ਵਿੱਚ ਜਾ ਕੇ ਢੁੱਡ ਮਾਰਿਆ, ਤੇ ਅੰਗਰੇਜ਼ਾਂ ਨੇ ਟ੍ਰਾਂਸਲੇਸ਼ਨ ਇਹਦੀ ਇਸੇ ਤਰ੍ਹਾਂ ਬਣਾਈ ਹੈ, ਦੀ ਟਰੱਕ ਰੈਮਡ ਇਨਟੂ ਏ ਟਰੀ। ਅੱਜ ਦਾ ਇੱਕ ਹੋਰ ਜੋਕ। ਦੋਸਤੋ, ਭਾਨਾ ਕਿਤੇ ਸਤਸੰਗ ਵਿੱਚ ਗਿਆ ਤੇ ਉੱਥੋਂ ਕੁੱਟ ਖਾ ਕੇ ਵਾਪਸ ਮੁੜਿਆ, ਪੱਗ ਪੁੱਗ ਉਹਦੀ ਢੱਠੀ ਪਈ ਤੇ ਸੱਟਾਂ ਸੁੱਟਾਂ ਵੀ ਲੱਗੀਆਂ ਹੋਈਆਂ। ਤੇ ਪਿੰਡ 'ਚ ਜਦੋਂ ਵੜਿਆ ਤੇ ਮੱਘਰ ਸਿੰਘ ਨੂੰ ਮਿਲ ਗਿਆ। ਕਹਿੰਦਾ, ਭਾਨਿਆ ਕੀ ਹੋਇਆ, ਤੂੰ ਤਾਂ ਸਤਸੰਗ ਤੇ ਗਿਆ ਸੀ? ਕਹਿੰਦਾ, ਉੱਥੇ ਬਾਬਾ ਜੀ ਪ੍ਰਵਚਨ ਕਰਦੇ ਪਏ ਸੀ ਕਿ ਪਤੀ ਪਤਨੀ ਸਾਈਕਲ ਦੇ 2 ਪਹੀਏ ਹੁੰਦੇ ਨੇ ਤੇ ਇਹਨਾਂ ਨੂੰ ਰਲ ਕੇ ਚੱਲਣਾ ਚਾਹੀਦਾ ਹੈ। ਤੇ ਮੈਂ ਖੜਾ ਹੋ ਕੇ ਪੁੱਛ ਲਿਆ, ਜੇ ਗੁਆਂਢਣ ਨੂੰ ਨਾਲ ਰਲਾ ਕੇ ਇਹ ਰਿਕਸ਼ਾ ਬਣਾ ਲਈਏ ਤੇ? Marvelous English speaking course. We love Marvelous English speaking course. East or West? Marvelous
ELTS ਸੈਲਫ ਸਿਟੀਜ਼ਨਸ਼ਿਪ ਅਸੀਂ ਨਹੀਂ ਬੋਲਦੇ, ਇਹ ਤਾਂ ਸਾਡੀ ਪ੍ਰੋਫੈਸ਼ਨਲ ਕੋਚਿੰਗ ਬੋਲਦੀ ਹੈ। ਕਾਲ ਕਰੋ 604 725 3340। ਮਨੀ ਮੈਟਰਸ। ਦੋਸਤੋ, ਪੈਸੇ ਦੀ ਜੋ ਨੌਲੇਜ ਹੈ, ਫਾਈਨੈਂਸ ਦੀ ਨੌਲੇਜ ਹੈ, ਅਗਰ ਕਿਸੇ ਵੀ ਸਟੂਡੈਂਟ ਨੂੰ ਸਹੀ ਟਾਈਮ 'ਤੇ ਮਿਲ ਜਾਂਦੀ ਹੈ ਤੇ ਉਸ ਦੀ ਆਉਣ ਵਾਲੀ ਸਾਰੀ ਲਾਈਫ ਉਸ ਨੂੰ ਬੜਾ ਕੰਫਰਟੇਬਲੀ ਰਿਟਾਇਰ ਕਰ ਸਕਦੀ ਹੈ। ਲੇਕਿਨ ਆਪਾਂ ਉਸ ਵੇਲੇ ਰਿਟਾਇਰ ਹੋਣ ਬਾਰੇ ਤਾਂ ਸੋਚਦੇ ਨਹੀਂ, ਕਹਿੰਦੇ ਅਸੀਂ ਕਮਾਈ ਇੰਨਾ ਲੈਣਾ ਹੈ ਕਿ ਸਾਨੂੰ ਲੋੜ ਹੀ ਨਹੀਂ ਹੋਰ ਚੀਜ਼ ਦੀ ਰਹਿਣੀ। ਨਹੀਂ, ਕਮਾਉਣ ਦੇ ਨਾਲ ਨਾਲ ਸੇਵਿੰਗ ਤੇ ਇਨਵੈਸਟਮੈਂਟ ਨੂੰ ਸਮਝਣਾ ਬਹੁਤ ਬਹੁਤ ਜ਼ਰੂਰੀ ਹੈ। ਇਹ ਇੱਕ ਬੜਾ ਵੱਡਾ ਸਮੁੰਦਰ ਹੈ। ਜਿੱਥੇ ਪੈਸਾ ਕਮਾਉਣਾ ਜ਼ਰੂਰੀ ਹੈ, ਉੱਥੇ ਪ੍ਰੋਪਰ ਇਨਵੈਸਟ ਕਰਕੇ ਗਰੋ ਕਰਨਾ ਵੀ ਬਹੁਤ ਜ਼ਰੂਰੀ ਹੈ। ਤੁਸੀਂ ਅਗਰ $1 ਲੱਖ ਨੂੰ ਤੁਹਾਨੂੰ ਕਿਤੇ ਇਨਵੈਸਟਮੈਂਟ ਕਰਨ ਦਾ ਮੌਕਾ ਮਿਲਦਾ ਹੈ ਤੇ ਉੱਥੇ ਅਗਰ 4% ਵਿਆਜ ਮਿਲ ਰਿਹਾ ਹੈ ਤੇ ਇਹ ਅਗਰ ਤੁਸੀਂ ਮੈਥਮੈਟਿਕਸ ਦੇ ਫਾਰਮੂਲੇ ਲਗਾ ਕੇ ਚੱਲੋਗੇ, ਕੰਪਾਊਂਡਡ ਇੰਟਰਸਟ, ਇਹ ਤੁਹਾਡਾ 18 ਸਾਲਾਂ 'ਚ ਪੈਸਾ ਦੁੱਗਣਾ ਹੋ ਜਾਏਗਾ, ਯਾਨੀ 1 ਲੱਖ ਦਾ 2 ਲੱਖ ਬਣ ਜਾਏਗਾ। ਔਰ ਅਗਰ ਇਹੋ ਹੀ ਰੇਟ ਆਫ ਇੰਟਰਸਟ ਤੁਹਾਨੂੰ ਡਬਲ ਮਿਲ ਜਾਏ, 8% ਮਿਲਦਾ ਹੈ ਤੇ ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਕਿੱਥੇ ਮਿਲਦਾ ਹੈ। ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਜਾਂ ਕੋਈ ਵੀ ਫਾਈਨੈਂਸ਼ੀਅਲ ਤੁਹਾਡੇ ਨਾਲ ਰਿਲੇਟਡ ਹੈ, ਜੋ ਐਕਸਪਰਟ ਹੈ, ਲਾਇਸੈਂਸਡ ਹੈ, ਉਸ ਨੂੰ ਪੁੱਛ ਕੇ ਦੇਖਣਾ। 8% ਅਗਰ ਵਿਆਜ ਮਿਲ ਜਾਂਦਾ ਹੈ ਤੇ ਇਹ ਮਨੀ ਜੋ ਹੈ ਕੰਪਾਊਂਡਡ ਇੰਟਰਸਟ ਦੇ ਫਾਰਮੂਲੇ ਦੇ ਨਾਲ 9 ਸਾਲ ਵਿੱਚ ਡਬਲ ਹੋ ਜਾਂਦਾ ਹੈ। ਤੇ ਜਿੱਥੇ 4% ਨਾਲ ਇਹ 18 ਸਾਲਾਂ 'ਚ ਡਬਲ ਹੋਇਆ ਸੀ, ਹੁਣ 9% 9 ਸਾਲ ਦੇ ਵਿੱਚ 8% ਨਾਲ ਡਬਲ ਹੋ ਕੇ 2 ਲੱਖ ਬਣ ਗਿਆ ਤੇ 18 ਸਾਲ ਤੱਕ ਪਹੁੰਚਦੇ ਪਹੁੰਚਦੇ ਇਸ ਨੇ 4 ਲੱਖ ਬਣ ਜਾਣਾ ਹੈ, ਜਿੱਥੇ ਕਿ ਇਸ ਨੇ ਸਿਰਫ 2 ਲੱਖ ਬਣਨਾ ਸੀ 4% ਇੰਟਰਸਟ 'ਤੇ। ਤਾਂ ਇੰਟਰਸਟ ਦੀ ਇੰਪੋਰਟੈਂਸ ਸਮਝਦੇ ਹੋ? ਪਰ ਜਾਣਦੇ ਹੋ ਆਪਾਂ ਕ੍ਰੈਡਿਟ ਕਾਰਡਸ ਦੇ ਉੱਤੇ 20% ਇੰਟਰਸਟ ਪੇ ਕਰਦੇ ਹਾਂ ਤੇ ਸਾਡੇ ਘਰ ਵਿੱਚੋਂ ਕਿੰਨਾ ਪੈਸਾ ਕ੍ਰੈਡਿਟ ਕਾਰਡ ਵਾਲਿਆਂ ਦੇ ਜੋ ਮਾਲਕ ਨੇ ਜਾਂ ਬੈਂਕਸ ਨੇ, ਕਿੰਨਾ ਅਸੀਂ ਪੇ ਕਰਦੇ ਹਾਂ? ਕਦੀ ਸੋਚਦੇ ਹੋ ਕਿ ਇਸ ਤਰੀਕੇ ਨਾਲ ਅਸੀਂ ਆਪਣੀ ਰਿਚਨੈਸ ਜਾਂ ਕੰਫਰਟੇਬਲ ਰਿਟਾਇਰਮੈਂਟ ਅਚੀਵ ਕਰ ਸਕਦੇ ਹਾਂ? ਜ਼ਰਾ ਵਿਚਾਰਿਓ ਇਸ 'ਤੇ ਵੀ। ਆਪਣਾ ਬਿਰਦ ਸੰਭਾਲੇ, ਔਖੀ ਘੜੀ ਨਾ ਦੇਖਣ ਦੇ। ਦੇਖਦੇ ਹਾਂ ਕਿ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਪ੍ਰੋਫੈਸਰ ਸਾਹਿਬ ਆਪਣੇ ਦਰਸ਼ਕਾਂ ਲਈ ਕੀ ਜਾਣਕਾਰੀ ਲੈ ਕੇ ਆਏ ਹਨ। ਜੀ ਪ੍ਰੋਫੈਸਰ ਸਾਹਿਬ। ਰਣਜੀਤ ਜੀ, ਜੀ ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂਤ। ਜਿਹੜੀ ਇੱਕ ਮਿੱਥ ਬਣੀ ਹੋਈ ਹੈ ਨਾ ਕਿ ਧਰਤੀ ਜਿਹੜਾ ਬਲਦ ਹੈ, ਬੋਲ, ਉਹਨੂੰ ਉਹਦੇ ਸਿੰਘਾਂ 'ਤੇ ਟਿਕੀ ਹੋਈ ਹੈ ਤੇ ਗੁਰੂ ਸਾਹਿਬ ਨੇ ਉਹਦੇ ਵਿੱਚ ਫਰਮਾਇਆ ਇਸ ਤਰ੍ਹਾਂ ਹੈ, ਉਹਦੀ ਟ੍ਰਾਂਸਲੇਸ਼ਨ ਇਹ ਹੈ ਕਿ ਦ ਮਿਥੀਕਲ ਬੁੱਲ ਇਜ਼ ਧਰਮ ਜੀ, ਦ ਸਨ ਆਫ ਕੰਪੈਸ਼ਨ, ਦਇਆ ਕਾ ਪੂਤ, ਕਿ ਕੰਪੈਸ਼ਨ ਦਇਆ ਦਾ ਇਹ ਪੁੱਤਰ ਹੈ। ਸੰਤੋਖ ਥਾਪ ਰੱਖਿਆ ਜਨਸੂਤ, ਦੈਟ ਇਜ਼ ਹੋਲਡਿੰਗ ਦੀ ਅਰਥ ਇਨ ਇਟਸ ਪਲੇਸ, ਜਿਸ ਨੇ ਧਰਤੀ ਨੂੰ ਆਪਣੇ ਥਾਂ ਟਿਕਾਣੇ ਤੇ ਹੋਲਡ ਕਰਕੇ ਰੱਖਿਆ ਹੋਇਆ ਹੈ। ਧਰਤੀ ਤੇ ਜਦੋਂ ਜਦੋਂ ਵੀ ਧਰਮ ਦੇ ਉੱਤੇ ਫਿਰ ਖਰਾਬ ਲੋਕ ਆਪਣਾ ਕਬਜ਼ਾ ਕਰ ਬੈਠਦੇ ਨੇ ਤੇ ਧਰਮ ਦੀ ਅਵਗਿਆ ਹੁੰਦੀ ਹੈ ਜਾਂ ਧਰਮ ਦੀ ਉਲੰਘਣਾ ਹੁੰਦੀ ਹੈ ਤੇ ਫਿਰ ਧਰਤੀ ਤੇ ਬੜਾ ਪ੍ਰਕੋਪ ਹੁੰਦਾ ਹੈ। ਜੀ ਬਿਲਕੁਲ। ਜੋ ਪਾਪੀ ਲੋਕ ਧਰਮ ਨੂੰ ਨਹੀਂ ਸਹੀ ਤਰ੍ਹਾਂ ਸਮਝਦੇ, ਪਾਪਾਂ ਦਾ ਭਾਰ ਵੱਧਦਾ ਹੈ ਤੇ ਫਿਰ ਕਹਿੰਦੇ ਨੇ ਕਿ ਕੋਈ ਨਾ ਕੋਈ ਅਵਤਾਰ ਜਨਮ ਲੈਂਦਾ ਹੈ ਕਿ ਜੋ ਉਹਨਾਂ ਪਾਪਾਂ ਦਾ ਤੇ ਪਾਪੀਆਂ ਦਾ ਨਾਸ਼ ਕਰਦਾ ਹੈ। ਜੀ ਬਿਲਕੁਲ। ਤਾਂ ਇਹ ਚੀਜ਼ਾਂ ਅਗਰ ਅਸੀਂ ਸਮਝਦੇ, ਸਾਨੂੰ ਛੋਟੇ ਹੁੰਦੇ ਕੋਈ ਦੱਸ ਦਿੰਦਾ ਸੀ ਕਿ ਧੌਲ ਧਰਮ ਦਇਆ ਕਾ ਪੂਤ, ਬਈ ਇਹ ਇੱਕ ਬੋਲ ਦੇ ਸਿੰਘ ਤੇ ਧਰਤੀ ਟਿਕੀ ਹੋਈ ਹੈ ਤੇ ਭੁਚਾਲ ਜਦੋਂ ਆਉਂਦਾ ਹੈ ਤੇ ਉਹ ਬੋਲ ਇੱਕ ਸਿੰਘ ਤੋਂ ਲੈ ਕੇ ਦੂਜੇ ਸਿੰਘ ਤੇ ਧਰਤੀ ਰੱਖਦਾ ਹੈ ਤੇ ਤਾਂ ਭੁਚਾਲ ਆਉਂਦਾ ਹੈ। ਜੀ ਜੀ। ਅਸੀਂ ਵੀ ਛੋਟੇ ਹੁੰਦੇ ਸੁਣਦੇ ਸੀ ਤੇ ਕੀ ਕੰਟਰਾਡਿਕਟ ਕਰਨਾ ਕਿ ਨਹੀਂ ਸੀ ਪਤਾ, ਲੇਕਿਨ ਚੀਜ਼ਾਂ ਨੂੰ ਰਿਸਰਚ ਕਰਕੇ ਬਹੁਤ ਕੁਝ ਜਾਣਿਆ ਜਾ ਸਕਦਾ ਹੈ। ਇਸ ਨੂੰ ਸਮਝੀਏ ਕਿ ਧਰਮ ਜੋ ਹੈ, ਧਰਮ ਹੈ ਸਾਡੇ ਅਸੂਲ, ਧਰਮ ਹੈ ਇਨਸਾਨੀਅਤ। ਦੇਖੋ ਆਪਾਂ ਸਾਰੇ ਇੰਡੀਅਨ ਆਈਡਲ ਵੇਖਦੇ ਹਾਂ ਜੀ, ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਧਰਮ ਵਿੱਚ ਪਰਮਾਤਮਾ ਕਿਸੇ ਨੂੰ ਕੋਈ ਅਲੱਗ ਜਿਹੇ, ਵਿਲੱਖਣ ਜਿਹੇ, ਵੰਡਰਫੁਲ, ਯੂਨੀਕ ਗੁਣ ਨਹੀਂ ਬਖਸ਼ਦਾ। ਜੀ ਜੀ। ਉਹਦੇ ਵਿੱਚ ਜੋ ਲੜਕਾ ਆਉਂਦਾ ਹੈ ਮੁਹੰਮਦ ਦਾਨਿਸ਼, ਉਹ ਮੁਸਲਿਮ ਹੈ, ਉਸਨੇ ਸੁਖਵਿੰਦਰ ਹੋਣੀ ਜੋ ਇੱਕ ਜਾਣੇ ਮਾਣੇ ਪੰਜਾਬੀ ਸਿੰਗਰ ਨੇ ਬਾਲੀਵੁੱਡ ਦੇ, ਉਹਨਾਂ ਨੂੰ
ਕੰਪਲੈਕਸ ਦੇਤਾ, ਇੰਨਾ ਉੱਚਾ ਸੁਰ ਲਾਇਆ, ਮੈਂ ਰੰਤਾ ਜੋਗੀ ਵਾਲਾ ਗਾਣਾ ਗਾ ਜੀ ਬਿਲਕੁਲ। ਉਹਦੇ ਵਿੱਚ ਇੱਕ ਨਿਹਾਲ ਆਉਂਦੇ ਨੇ ਜੋ ਕਿ ਕ੍ਰਿਸਚਨ ਨੇ, ਉਹ ਜਦੋਂ ਉਹ ਗਾਉਂਦੇ ਨੇ ਤੇ ਉਹ ਵੀ ਲੜਕਾ ਕਮਾਲ ਹੀ ਕਰ ਦਿੰਦਾ ਹੈ ਜੀ, ਸਾਰੇ ਅਸ਼ ਕਰ ਉੱਠਦੇ ਨੇ। ਫਿਰ ਜੇ ਪ੍ਰਮਾਤਮਾ ਬਖਸ਼ ਦੇਣ ਲੱਗਿਆ ਕਿਸੇ ਧਰਮ ਨੂੰ ਨਹੀਂ ਦੇਖਦਾ, ਇਹਦਾ ਮਤਲਬ ਅਸੀਂ ਇਨਸਾਨਾਂ ਨੇ ਜੋ ਆਪਣੇ ਧਰਮ ਅਲੱਗ-ਅਲੱਗ ਬਣਾਏ ਹੋਏ ਨੇ, ਇਹ ਸਾਡੀਆਂ ਆਪਣੀਆਂ ਘਰ ਦੀਆਂ ਜਾਂ ਸਾਡੇ ਵਡੇਰਿਆਂ ਦੀਆਂ ਕ੍ਰੀਏਸ਼ਨਸ ਨੇ। ਧਰਮ ਦਾ ਅਸਲੀ ਸਾਰ ਤੱਤ ਇਹੋ ਹੀ ਹੈ ਕਿ ਅਸੀਂ ਇਨਸਾਨੀਅਤ ਨਾਲ ਪਿਆਰ ਕਰੀਏ। ਜਿਸ ਜੀਵ ਦਾ ਵੀ ਧਰਮ ਹੋਇਆ ਹੈ, ਹੁਕਮੇ ਅੰਦਰ ਸਭ ਕੋ, ਉਹ ਉਸ ਹੁਕਮ ਦੇ ਅਨੁਸਾਰ ਪਰਮਾਤਮਾ ਦੇ ਹੋਇਆ ਹੈ। ਅਸੀਂ ਕੌਣ ਹੁੰਦੇ ਆ ਪਰਮਾਤਮਾ ਬਣਾਉਣ ਵਾਲੇ ਕਿ ਆਹ ਸਾਡਾ ਪਰਮਾਤਮਾ ਤੇ ਉਹ ਸਾਡਾ ਪਰਮਾਤਮਾ, ਆਹ ਨਹੀਂ ਤੇ ਆਹ ਸ਼ੈਤਾਨ ਹੈ? ਨਹੀਂ। ਇਸ ਜ਼ਿੰਦਗੀ ਦੀ ਸਾਰ ਜਾਣਨ ਦੀ ਅਸੀਂ ਕੋਸ਼ਿਸ਼ ਨਾ ਕਰੀਏ। ਜਿਸ ਤਰ੍ਹਾਂ ਪਿਛਲੀ ਵਾਰ ਰਣਜੀਤ ਜੀ ਨੇ ਬਹੁਤ ਸੋਹਣਾ ਇੱਕ ਐਂਡ ਵਿੱਚ ਸ਼ੇਅਰ ਸੁਣਾਇਆ ਸੀ ਕਿ ਇਸ ਨੂੰ ਜ਼ਿੰਦਗੀ ਨੂੰ ਸਾਰ ਕੱਢਣ ਦੀ ਕੋਸ਼ਿਸ਼ ਕਰਨ ਦੀ ਬਜਾਏ ਅਸੀਂ ਜ਼ਿੰਦਗੀ ਵਧੀਆ ਹਰ ਦਿਨ ਹਰ ਪਲ ਜਿਉਣ ਦੀ ਕੋਸ਼ਿਸ਼ ਕਰੀਏ। ਫੇਰ ਹੀ ਤੁਹਾਡੇ ਤੇ ਸਾਡੇ ਦਿਲਾਂ ਦੇ ਤੇ ਘਰਾਂ ਦੇ ਵਿਹੜੇ ਖੁਸ਼ੀਆਂ ਦੇ ਨਾਲ ਸਦਾ ਮਹਿਕਦੇ ਰਹਿਣਗੇ। को जीने के लिए एक ऐसा असूल बनाए, कुछ अच्छा याद रखें और बुरा भूल जाएं, कुछ अच्छा याद रखें और बुरा भूल जाएं। उम्मीद करते हैं कि पहले प्रोग्रामां की तरह तुहानूं इस हफ्ते का प्रोग्राम भी पसंद आया होगा। अपनी फीडबैक देंदे रहना। हुण मिलते हैं जी अगले हफ्ते एक नवा प्रोग्राम लैके। तद तक तुहाडा ते साडा रब राखा।